ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਲੈ ਕੇ ਮੈਂ ਹਰਪ੍ਰੀਤ ਸਿੰਘ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਇਸ ਪ੍ਰੋਗਰਾਮ ਰਾਹੀਂ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾਂਦੇ ਕਾਰਜਾਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਔਰ ਇਸ ਤੋਂ ਇਲਾਵਾ ਜਿੰਨੀਆਂ ਵੀ ਧਾਰਮਿਕ ਗਤੀਵਿਧੀਆਂ ਦਿੱਲੀ ਦੇ ਵਿੱਚ ਜਾਂ ਨੇੜੇ-ਤੇੜੇ ਹੁੰਦੀਆਂ ਨੇ ਉਹ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਗੂੰਜਾਂ ਸਿੱਖ ਵਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਕਰਵਾਈ ਜਾ ਰਹੀ ਕਾਰ ਸੇਵਾਵਾਂ ਦੀ ਕੜੀ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੇ ਨਾਲ ਲੱਗਦੀਆਂ ਪੌੜੀਆਂ ਅਤੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਟਾਇਲਟ ਬਲਾਕ ਦੇ ਨਵੀਨੀਕਰਨ ਉਪਰੰਤ ਸੰਗਤਾਂ ਨੂੰ ਸਮਰਪਿਤ ਕਰਨ ਦੀ ਰਸਮ ਨਿਭਾਈ ਗਈ। ਇਸ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਬਾਬਾ ਬਚਨ ਸਿੰਘ ਜੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਉਪਰੰਤ ਸਰੋਵਰ ਸਾਹਿਬ ਦੀ ਦਰਬਾਰ ਹਾਲ ਦੇ ਨਾਲ ਇਕਸੁਰਤਾ ਲਿਆਉਣ ਵਾਸਤੇ ਨਵੀਆਂ ਉਸਾਰੀਆਂ ਗਈਆਂ ਪੌੜੀਆਂ ਸੰਗਤਾਂ ਨੂੰ ਸਮਰਪਿਤ ਕੀਤੀਆਂ ਗਈਆਂ। ਇਸ ਦੇ ਨਾਲ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੁਰਾਣੇ ਬਣੇ ਬਿਨਾਂ ਛੱਤ ਦੇ ਟਾਇਲਟ ਬਲਾਕ ਦੀ ਥਾਂ ਨਵੇਂ ਉਸਾਰੇ ਗਏ ਟਾਇਲਟ ਬਲਾਕ ਦੀਆਂ ਚਾਬੀਆਂ ਬਾਬਾ ਬਚਨ ਸਿੰਘ ਜੀ ਵੱਲੋਂ ਕਮੇਟੀ ਦੇ ਪ੍ਰਬੰਧਕਾਂ ਨੂੰ ਸੌਂਪੀਆਂ ਗਈਆਂ। ਨਿਹੰਗ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਦੀ ਮੌਜੂਦਗੀ 'ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਟਾਇਲਟ ਬਲਾਕ ਦਾ ਰਿਬਨ ਕੱਟਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਜੀਕੇ ਨੇ ਬਾਬਾ ਬਚਨ ਸਿੰਘ ਜੀ ਵੱਲੋਂ ਦਿੱਲੀ ਦੇ ਗੁਰਧਾਮਾਂ ਨੂੰ ਨਵੀਂ ਦਿੱਖ ਦੇਣ ਵਾਸਤੇ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਨਾਲ ਹੀ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਨੂੰ ਦਰਬਾਰ ਹਾਲ ਦੇ ਨਾਲ ਜੋੜਨ ਵਾਸਤੇ ਨਵੀਆਂ ਉਸਾਰੀਆਂ ਗਈਆਂ ਪੌੜੀਆਂ ਕਰਕੇ ਸੰਗਤਾਂ ਨੂੰ ਸਰੋਵਰ ਸਾਹਿਬ ਵੱਲ ਜਾਣ ਵਾਸਤੇ ਜਿੱਥੇ ਖੁੱਲ੍ਹਾ ਰਸਤਾ ਉਪਲਬਧ ਹੋਵੇਗਾ ਉੱਥੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਦਿੱਖ ਵਿੱਚ ਵੱਡਾ ਸੁਨਹਿਰਾ ਬਦਲਾਵ ਵੀ ਆਇਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਕਈ ਇਤਿਹਾਸਿਕ ਸਥਾਨਾਂ ਦੇ ਵਿੱਚ ਕਾਰ ਸੇਵਾ ਦੇ ਕੰਮ ਸ਼ੁਰੂ ਕੀਤੇ ਨੇ ਔਰ ਬਾਬਾ ਹਰਬੰਸ ਸਿੰਘ ਜੀ ਦੇ ਵਰਸਾਏ ਹੋਏ ਬਾਬਾ ਬਚਨ ਜੀ ਔਰ ਉਹਨਾਂ ਦੇ ਸਾਰੇ ਡੇਰੇ ਵੱਲੋਂ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ। ਅੱਜ ਉਹਨਾਂ ਦੇ ਵਿੱਚ ਦੋ ਵੱਡੇ ਕਾਰਜ ਪੂਰੇ ਹੋਏ ਨੇ। ਬੰਗਲਾ ਸਾਹਿਬ ਸਰੋਵਰ ਦਾ ਜਿਹੜਾ ਪੌੜੀਆਂ ਸੀਗੀਆਂ ਜਿਹੜਾ ਦੇਖੇ ਬਦਲਤੀ ਉਹਨਾਂ ਨੇ ਉਸ ਸਥਾਨ ਦੀ ਅੱਜ ਉਹਦਾ ਉਦਘਾਟਨ ਹੋਇਆ ਔਰ ਰਕਾਬਗੰਜ ਸਾਹਿਬ ਜਿੱਥੇ ਬਾਥਰੂਮ ਬੜੇ ਸਮੇਂ ਤੋਂ ਇੱਥੇ ਸ਼ਿਕਾਇਤ ਸੀਗੀ ਉਹਨਾਂ ਬਾਥਰੂਮਾਂ ਨੂੰ ਕੰਪਲੀਟ ਕਰਕੇ ਅੱਜ ਸੰਗਤਾਂ ਦੇ ਮੈਂ ਸਮਝਦਾ ਸਹੂਲਤ ਵਾਸਤੇ ਗੁਰਦੁਆਰਾ ਕਮੇਟੀ ਦੇ ਹਵਾਲੇ ਕੀਤਾ। ਅਸੀਂ ਬਾਬਾ ਬਚਨ ਜੀ ਔਰ ਉਹਨਾਂ ਦੇ ਸਾਰੇ ਸਾਥੀਆਂ ਦੇ ਧੰਨਵਾਦੀ ਹਾਂ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਬਲਬੀਰ ਸਿੰਘ ਹੁਰੀ 96 ਕਰੋੜੀ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਉਹ ਵੀ ਅੱਜ ਇਹਨਾਂ ਕਾਰਜਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਅਸੀਂ ਕਮਿਟਡ ਹਾਂ ਦਿੱਲੀ ਦੀ ਸੰਗਤ ਨਾਲ ਕਿ ਜਿਤਨੇ ਵੀ ਧਾਰਮਿਕ ਸਥਾਨ ਨੇ ਜਿੰਨੀ ਵੀ ਸੇਵਾਵਾਂ ਉਹਨਾਂ ਦੇ ਵਿੱਚ ਪੈਂਡਿੰਗ ਨੇ ਉਹ ਸਾਰੀਆਂ ਸਮੇਂ ਸਿਰ ਕੰਪਲੀਟ ਕਰਾਂਗੇ ਲੋਕਾਂ ਦੇ ਹਵਾਲੇ ਕਰਾਂਗੇ। ਬਾਬਾ ਕਾਰ ਸੇਵਾ ਵਾਲੇ ਉਹਦੇ 'ਚ ਪੂਰਾ ਆਪਣਾ ਸਹਿਯੋਗ ਕਰ ਰਹੇ ਨੇ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਨਵੇਂ ਟਾਇਲਟ ਬਲਾਕ ਦੀ ਲੋੜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੁਰਾਣੇ ਟਾਇਲਟ ਬਲਾਕ ਦੇ ਬਿਨਾਂ ਛੱਤ ਦੇ ਹੋਣ ਕਾਰਨ ਸੰਗਤਾਂ ਨੂੰ ਵੱਡੇ ਸਮਾਗਮਾਂ ਦੇ ਮੌਕੇ ਬਰਸਾਤ ਅਤੇ ਹਨੇਰੇ ਦੌਰਾਨ ਬੜੀ ਹੀ ਦਿੱਕਤ ਹੁੰਦੀ ਸੀ ਜਿਸ ਕਰਕੇ ਸੰਗਤਾਂ ਦੀ ਪਰੇਸ਼ਾਨੀ ਅਤੇ ਮੰਗ ਨੂੰ ਦੇਖਦੇ ਹੋਏ ਟਾਇਲਟ ਬਲਾਕ ਵਿੱਚ ਜ਼ਰੂਰੀ ਸੁਵਿਧਾਵਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪਹਿਲਾਂ ਤੇ ਬਹੁਤ ਹੀ ਦਿੱਲੀ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਹੈ ਔਰ ਧੰਨਵਾਦ ਕਰਦਾ ਹਾਂ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਜਿਨ੍ਹਾਂ ਨੇ ਰਿਕਾਰਡ ਸਮੇਂ ਦੇ ਅੰਦਰ ਬੰਗਲਾ ਸਾਹਿਬ ਦੇ ਇਹ ਸਰੋਵਰ ਦੀ ਬਹੁਤ ਇਤਿਹਾਸਿਕ ਸਰੋਵਰ ਦੀ ਕਾਰ ਸੇਵਾ ਜਿਹੜੀ ਆ ਉਹਨੂੰ ਸੰਪੰਨ ਕੀਤਾ ਔਰ ਇਹ ਬਹੁਤ ਸੁੰਦਰ ਅੱਜ ਇਹਦੀ ਦਿੱਖ ਨੂੰ ਬਣਾਉਣਾ ਕੀਤਾ ਹੈ ਔਰ ਨਾਲ ਹੀ ਰਕਾਬਗੰਜ ਸਾਹਿਬ ਅੰਦਰ ਇਹ ਜਿਹੜਾ ਟਾਇਲਟ ਬਲਾਕ ਦਾ ਕਾਰਜ ਸੀਗਾ ਇਹਨਾਂ ਦੋਵਾਂ ਨੂੰ ਰਿਕਾਰਡ ਸਮੇਂ 'ਚ ਪੂਰਾ ਕੀਤਾ ਹੈ। ਜਿੱਥੇ ਉਹਨਾਂ ਨੇ ਇਸ ਕਾਰ ਸੇਵਾ ਨੂੰ ਰਿਕਾਰਡ ਸਮੇਂ 'ਚ ਪੂਰਾ ਕੀਤਾ ਨਾਲ ਹੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਨਿਹੰਗ ਸਿੰਘ ਜਥੇਬੰਦੀ ਦੇ ਮੁਖੀ ਉਹਨਾਂ ਨੇ ਆ ਕੇ ਇਸ ਨੂੰ ਸੰਗਤਾਂ ਨੂੰ ਸਮਰਪਿਤ ਕੀਤਾ ਹੈ। ਮੈਂ ਦੋਵਾਂ ਹੀ ਬਹੁਤ ਹੀ ਮਹਾਨ ਸ਼ਖਸੀਅਤਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਧੰਨਵਾਦ ਕਰਦਾ ਔਰ ਬਹੁਤ ਹੋਰ ਵੀ ਇਹਨਾਂ ਇਤਿਹਾਸਿਕ ਸਥਾਨਾਂ ਦੀਆਂ ਕਾਰ ਸੇਵਾਵਾਂ ਬਾਬਾ ਬਚਨ ਸਿੰਘ ਜੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਵੀ ਬਹੁਤ ਰਿਕਾਰਡ ਸਮੇਂ ਦੇ ਅੰਦਰ ਹੀ ਪੂਰਨ ਹੋਣ ਜਾ ਰਹੀਆਂ ਨੇ। ਅਸੀਂ ਇਹਨਾਂ ਦਾ ਉਹਦੇ ਵਾਸਤੇ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਜਿਹੜੀ ਵੀ ਇਹਨਾਂ ਨੂੰ ਸੇਵਾ ਕੌਮ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਸੌਂਪੀ ਗਈ ਇਹਨਾਂ ਬੜੀ ਖੁਸ਼ੀ ਨਾਲ ਉਹਨੂੰ ਲੈਣਾ ਕੀਤਾ। ਸੋਨੀਪਤ ਅੰਦਰ ਵੀ ਜਿਹੜਾ ਗੁਰੂ ਸਥਾਨ ਨੇ ਉਹਨਾਂ ਦੇ ਵੀ ਅੱਜ ਲੈਂਟਰ ਪੈ ਰਹੇ ਨੇ ਹੋਰਾਂ ਸਥਾਨਾਂ 'ਤੇ ਵੀ ਚੱਲਦੇ ਪਏ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਦੇ ਹੋਰ ਕਾਰਜ ਜਿਹੜੇ ਨੇ ਅੱਗੇ ਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹਨਾਂ ਦੇ ਸੇਵਾਵਾਂ ਲੈਂਦੀ ਰਹੂਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਯੂਨੀਵਰਸਿਟੀ ਅਧੀਨ ਚੱਲਦੇ 3 ਕਾਲਜਾਂ ਨੂੰ ਦਿੱਲੀ ਹਾਈ ਕੋਰਟ ਵੱਲੋਂ ਕੌਮੀ ਘੱਟ ਗਿਣਤੀ ਵਿਦਿਅਕ ਅਦਾਰਾ ਕਮਿਸ਼ਨ ਵੱਲੋਂ 2011 ਚ ਕਾਲਜਾਂ ਨੂੰ ਘੱਟ ਗਿਣਤੀ ਕਾਲਜਾਂ ਵਜੋਂ ਦਿੱਤੇ ਗਏ ਦਰਜੇ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ। ਦਰਅਸਲ ਕਮੇਟੀ ਦੇ 4 ਕਾਲਜਾਂ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਾਰਥ ਕੈਂਪਸ, ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਆਫ ਪੀਤਮਪੁਰਾ, ਗੁਰੂ ਨਾਨਕ ਦੇਵ ਕਾਲਜ ਦੇਵਨਗਰ ਅਤੇ ਮਾਤਾ ਸੁੰਦਰੀ ਕਾਲਜ ਫॉर ਵੂਮਨ ਨੂੰ ਕੌਮੀ ਘੱਟ ਗਿਣਤੀ ਅਦਾਰਾ ਕਮਿਸ਼ਨ ਵੱਲੋਂ 19 ਜੁਲਾਈ 2011 ਨੂੰ ਘੱਟ ਗਿਣਤੀ ਕਾਲਜਾਂ ਵਜੋਂ ਦਰਜਾ ਦਿੱਤਾ ਗਿਆ ਸੀ, ਜਿਸ ਦੇ ਖਿਲਾਫ ਦਿੱਲੀ ਯੂਨੀਵਰਸਿਟੀ ਵੱਲੋਂ ਇਸ ਮਸਲੇ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਇੱਕ ਸਾਬਕਾ ਪ੍ਰੋਫੈਸਰ ਵੱਲੋਂ ਵੀ ਇਸ ਮਸਲੇ ਤੇ ਹਾਈ ਕੋਰਟ 'ਚ ਇਤਰਾਜ਼ ਦਰਜ ਕਰਾਇਆ ਗਿਆ ਸੀ। ਵਧੇਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਅਹੁਦੇਦਾਰਾਂ ਵੱਲੋਂ ਦੱਸਿਆ ਗਿਆ ਕਿ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਦਿੱਲੀ ਯੂਨੀਵਰਸਿਟੀ ਵੱਲੋਂ ਦਰਜ ਕਰਵਾਏ ਗਏ ਆਪਣੇ ਇਤਰਾਜ਼ ਨੂੰ ਵਾਪਸ ਲੈਣ ਉਪਰੰਤ ਕੋਰਟ ਵੱਲੋਂ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੂੰ ਛੱਡ ਕੇ ਕਮੇਟੀ ਦੇ ਬਾਕੀ 3 ਕਾਲਜਾਂ ਨੂੰ ਘੱਟ ਗਿਣਤੀ ਕਾਲਜ ਦੇ ਦਰਜੇ ਨੂੰ ਬਹਾਲ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਦਕਿ ਚੌਥੇ ਕਾਲਜ ਦੇ ਭਵਿੱਖ ਬਾਰੇ ਫੈਸਲਾ ਕਰਨ ਲਈ ਅਗਲੀ ਸੁਣਵਾਈ 20 ਜੁਲਾਈ ਅਦਾਲਤ ਵੱਲੋਂ ਮੁਕਰਰ ਕੀਤੀ ਗਈ ਹੈ। ਇਸ ਮੌਕੇ ਦਿੱਲੀ ਕਮੇਟੀ ਵੱਲੋਂ ਵੀ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ, ਕਿਉਂਕਿ ਕਮੇਟੀ ਇਸ ਲਈ ਪਿਛਲੇ 10 ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਸੀ ਅਤੇ ਆਖਿਰਕਾਰ ਜਿੱਤ ਹਾਸਲ ਹੋਈ। ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਜ਼ਰੀਏ ਹੁਣ ਬੱਚਿਆਂ ਨੂੰ ਦਾਖਲੇ ਆਸਾਨੀ ਨਾਲ ਮਿਲ ਜਾਇਆ ਕਰਨਗੇ। ਸਿੱਖ ਕੌਮ ਦੀ ਜਿੱਤ ਹੋਈ ਹੈ ਕਿ ਜਿਹੜਾ ਦਿੱਲੀ ਹਾਈ ਕੋਰਟ ਵੱਲੋਂ ਜਿਹੜੀ ਇਹ ਰਿਟ ਪਟੀਸ਼ਨ ਖਾਰਜ ਹੋਈ ਔਰ ਸਾਡੇ ਜਿੰਨੇ ਵੀ ਖਾਲਸਾ ਕਾਲਜਿਸ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਮਾਈਨੋਰਟੀ ਇੰਸਟੀਟਿਊਸ਼ਨ ਦਾ ਦਰਜਾ ਮਿਲਿਆ। ਬੜੇ ਸਾਲਾਂ ਤੋਂ ਅਸੀਂ ਇਹ ਲੜਾਈ ਲੜ ਰਹੇ ਸੀ, ਪਰ ਹੁਣ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਔਰ ਖਾਸ ਕਰਕੇ ਸ਼੍ਰੀ ਅਰੁਣ ਜੇਟਲੀ ਜੀ, ਯੂਨੀਅਨ ਫਾइनेंस मिनिस्टर ਸਮ੍ਰਿਤੀ ਇਰਾਨੀ ਜੀ ਔਰ ਬੀਬੀ ਹਰਸਿਮਰਤ ਬਾਦਲ ਜੀ ਨੇ ਪਰਸਨਲੀ ਇੰਟਰਸਟ ਲੈ ਕੇ ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਸਪੋਰਟ ਮਿਲੀ ਔਰ ਮੈਂ ਸਮਝਦਾ ਕਿ ਇਹਦਾ ਮੇਨ ਮੁੱਦਾ ਹੈ ਕਿ ਜਿਹੜੇ ਪਰਪਸ ਲਈ ਇਹ ਮਾਈਨੋਰਟੀ ਇੰਸਟੀਟਿਊਸ਼ਨਸ ਬਣੀਆਂ ਸੀ ਕਿ ਸਾਡੇ ਸਿੱਖ ਨੌਜਵਾਨ ਬੱਚਿਆਂ ਨੂੰ ਇਹਦੇ ਵਿੱਚ ਐਡਮਿਸ਼ਨ ਮਿਲ ਸਕੇ, ਇੱਕ ਮਾਈਨੋਰਟੀ ਕਮਿਊਨਿਟੀ ਦਾ ਐਜੂਕੇਸ਼ਨ ਦੇ ਰਾਹੀਂ ਸਰਬਪੱਖੀ ਵਿਕਾਸ ਹੋ ਸਕੇ ਔਰ ਭਾਵੇਂ ਉਹਦੇ 'ਚ ਮਾਈਨੋਰਟੀ ਸਟੂਡੈਂਟ ਪਹਿਲੇ ਆਉਂਦੇ ਸੀ ਪਰ ਉਹ ਓਵਰਆਲ ਮੈਰਿਟ ਦੇ ਵਿੱਚ ਹਿਸਾਬ ਨਾਲ ਆਉਂਦੇ ਸੀ ਦਿੱਲੀ ਯੂਨੀਵਰਸਿਟੀ ਦੇ, ਪਰ ਹੁਣ ਸਾਨੂੰ ਇਹਦੇ ਵਿੱਚ ਰਾਈਟ ਮਿਲੇਗਾ ਕਿ ਅਰਾਊਂਡ 50% ਸੀਟਸ ਕੈਨ ਬੀ ਫਿਲਡ ਅਪ ਫਰੋਮ ਦਾ ਮਾਈਨੋਰਟੀ ਸਟੂਡੈਂਟਸ ਔਰ ਮੇਨ ਹੈ ਕਿ ਇਹ ਇੰਸਟੀਟਿਊਸ਼ਨ ਅਸੀਂ ਬਹੁਤ ਆਟੋਨੋਮਸ ਤਰੀਕੇ ਦੇ ਨਾਲ ਚਲਾ ਸਕਾਂਗੇ, ਭਾਵੇਂ ਉਹਨਾਂ ਦੇ ਗਵਰਨਿੰਗ ਬਾਡੀਜ਼ ਹੈ, ਭਾਵੇਂ ਦਿੱਲੀ ਸਿੱਖ ਐਜੂਕੇਸ਼ਨ ਕਾਉਂਸਲ ਦਾ ਗਠਨ ਹੈ, ਪ੍ਰਿੰਸੀਪਲ ਦੀ ਚੋਣ ਹੈ, ਟੀਚਰਸ ਦੀ ਅਪਾਇੰਟਮੈਂਟ ਹੈ, ਨਵੇਂ ਕੋਰਸਿਸ ਇੰਟਰੋਡਿਊਸ ਕਰਨ ਦੀ ਗੱਲ ਹੈ, ਭਾਵੇਂ ਉਹ ਦਿੱਲੀ ਯੂਨੀਵਰਸਿਟੀ ਦੇ ਐਂਬਿਟ 'ਚ ਹੀ ਹੋਏਗਾ ਔਰ ਦਿੱਲੀ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਵੀ ਗਵਰਨਿੰਗ ਬਾਡੀ 'ਚ ਰਹਿਣਗੇ, ਪਰ DSGMC ਨੂੰ ਜ਼ਿਆਦਾ ਆਟੋਨਮੀ ਮਿਲੇਗੀ। ਬੜੇ ਫਖਰ ਦੀ ਗੱਲ ਹੈ ਕਿ ਇਹ 60-70 ਸਾਲ ਪੁਰਾਣੀ ਲੜਾਈ ਅਸੀਂ ਜਿੱਤੇ ਹਾਂ। ਸਾਡੇ ਬੱਚਿਆਂ ਨੂੰ ਜਿਵੇਂ ਸੇਂਟ ਸਟੀਫਨ ਕਾਲਜ ਵਿੱਚ ਕ੍ਰਿਸਚੀਅਨ ਬੱਚਿਆਂ ਨੂੰ ਔਰ ਜਾਮੀਆ ਮਿਲੀਆ 'ਚ ਇਸਲਾਮ ਦੇ ਬੱਚਿਆਂ ਨੂੰ ਐਡਮਿਸ਼ਨਸ ਮਿਲਦੀ ਹੈ, ਇਸੇ ਤਰੀਕੇ ਸਿੱਖ ਬੱਚਿਆਂ ਨੂੰ ਇਹ ਸਾਡੇ 4 ਕਾਲਜ ਖਾਲਸਾ ਕਾਲਜ ਯੂਨੀਵਰਸਿਟੀ, ਗੁਰੂ ਗੋਬਿੰਦ ਸਿੰਘ ਕਾਲਜ ਫॉर ਕਾਮਰਸ, ਮਾਤਾ ਸੁੰਦਰੀ ਕਾਲਜ ਫॉर ਗਰਲਜ਼ ਔਰ ਗੁਰੂ ਨਾਨਕ ਦੇਵ ਕਾਲਜ ਕਰੋਲ ਬਾਗ, ਇਹਨਾਂ 4ਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਵੀ ਮਿਨੋਰਟੀ ਸਟੇਟਸ ਅੱਜ ਮਾਨਨੀ ਹਾਈ ਕੋਰਟ ਵੱਲੋਂ ਫੈਸਲਾ ਆਉਣ ਤੋਂ ਬਾਅਦ ਮਿਲਿਆ। ਬੱਚਿਆਂ ਨੂੰ ਮੌਕਾ ਮਿਲੇਗਾ ਇੱਥੇ ਆ ਕੇ ਆਪਣੀ ਪੜ੍ਹਾਈ ਕਰਨ ਦਾ, ਅੱਗੇ ਵਧਣ ਦਾ, ਜਿਨ੍ਹਾਂ ਦਾ ਸੁਪਨਾ ਸੀ ਕਿ ਅਸੀਂ ਵੀ ਕਿਸੇ ਤਰੀਕੇ ਦਿੱਲੀ ਯੂਨੀਵਰਸਿਟੀ 'ਚ ਪੜ੍ਹ ਸਕੀਏ। ਦੂਜਾ ਇੱਕ ਲੈਂਡਮਾਰਕ, ਇੱਕ ਆਟੋਨਮੀ ਆ, ਕਿਉਂਕਿ ਮਿਨੋਰਟੀਜ਼ ਜਿਹੜੀਆਂ ਨੇ ਉਹਨਾਂ ਦਾ ਸਰਵਾਈਵਲ ਦਾ ਇੱਕ ਹੀ ਤਰੀਕਾ ਐਜੂਕੇਸ਼ਨ, ਔਰ ਐਜੂਕੇਸ਼ਨ ਵਾਸਤੇ ਮਿਨੋਰਟੀਜ਼ ਅੱਜ ਇੰਨੀਆਂ ਆਪਣੇ ਆਪ ਅੰਦਰ ਨਹੀਂ ਮਜ਼ਬੂਤ ਕਿ ਉਹ ਫਾਈਨੈਂਸ਼ੀਅਲੀ ਇੰਨਾ ਪੈਸਾ ਖਰਚ ਕਰਕੇ ਆਪਣੇ ਬੱਚਿਆਂ ਨੂੰ ਉਸ ਲੈਵਲ 'ਤੇ ਲਿਆ ਸਕਣ। ਸੋ ਦਿੱਲੀ ਯੂਨੀਵਰਸਿਟੀ ਦੇ ਅੰਦਰ ਅਗਰ ਬੱਚਾ ਪੜ੍ਹਦਾ ਹੈ ਤਾਂ ਉਹਦਾ ਇੱਕ ਆਪਣਾ ਹੀ ਸਟੇਟਸ ਆ, ਉਹਦਾ ਇੱਕ ਆਪਣਾ ਹੀ ਸਮਾਜ ਅੰਦਰ ਜਾ ਕੇ ਫਿਰ ਉਹਨੂੰ ਵਪਾਰ ਕਰਨ ਦੇ ਮੌਕੇ ਮਿਲਦੇ ਨੇ। ਸੋ ਇਹ ਆਪਣੇ ਆਪ ਅੰਦਰ ਇੱਕ ਬਹੁਤ ਜ਼ਰੂਰੀ ਸੀਗਾ। ਜ਼ਿਕਰ ਖਾਸ ਹੈ ਕਿ DU ਦੇ ਅਧੀਨ ਆਉਂਦੇ DSGMC ਦੇ ਇਨ੍ਹਾਂ ਕਾਲਜਾਂ ਦੀਆਂ 2 ਕੱਟ ਆਫ ਲਿਸਟਾਂ ਪਹਿਲਾਂ ਹੀ ਆ ਚੁੱਕੀਆਂ ਹਨ, ਪਰ ਤੀਜੀ ਲਿਸਟ ਦੇ ਦਾਖਲੇ ਦੇ ਪ੍ਰੋਸੈਸ ਮਾਈਨੋਰਟੀ ਦਾ ਦਰਜਾ ਮਿਲਣ ਦੇ ਹਿਸਾਬ ਨਾਲ ਹੀ ਕੀਤੇ ਜਾਣਗੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਇੰਟਰਨੈਸ਼ਨਲ ਸੈਂਟਰ ਫॉर ਸਿੱਖ ਸਟੱਡੀਜ਼ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਥ ਭਰਪੂਰ ਜੀਵਨ ਜਿਉਣ ਦਾ ਢੰਗ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਵੱਲੋਂ ਹਰ ਮਹੀਨੇ ਇੱਕ ਨਵੇਂ ਵਿਸ਼ੇ ਤੇ ਸੈਮੀਨਾਰ ਕਰਵਾਉਣ ਦੀ ਚਲਾਈ ਗਈ ਲੜੀ ਦੇ ਤਹਿਤ ਇਸ ਵਾਰ ਡਾਕਟਰ ਰੌਣਕੀ ਰਾਮ ਵੱਲੋਂ ਸ਼ਬਦ ਗੁਰੂ ਦੇ ਹਵਾਲੇ ਨਾਲ ਜੀਵਨ ਜਿਉਣ ਦਾ ਢੰਗ ਵਿਸਤਾਰ ਨਾਲ ਸਮਝਾਇਆ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਨੇ ਇਨਸਾਨ ਦੇ ਮਨ ਵਿੱਚ ਰਹਿਮ ਅਤੇ ਭਲਾਈ ਦੀ ਭਾਵਨਾ ਸਥਾਪਿਤ ਕਰਦੇ ਹੋਏ ਜੀਵਨ ਵਿੱਚ ਦੋਗਲਾਪੁਣਾ ਤਿਆਗਣ ਦੀ ਵੀ ਅਪੀਲ ਕੀਤੀ। ਚੰਗੇ ਜੀਵਨ ਅਤੇ ਚੰਗੇ ਸਮਾਜ ਨੂੰ ਇੱਕ ਦੂਜੇ ਦਾ ਪੂਰਕ ਦੱਸਦੇ ਹੋਏ ਡਾਕਟਰ ਜਸਪਾਲ ਸਿੰਘ ਨੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਪੜ੍ਹਨ ਦੀ ਵੀ ਮੌਜੂਦ ਲੋਕਾਂ ਨੂੰ ਪ੍ਰੇਰਣਾ ਦਿੱਤੀ। ਇੰਟਰਨੈਸ਼ਨਲ ਸੈਂਟਰ ਫॉर ਸਿੱਖ ਸਟੱਡੀਜ਼
ਦਿੱਲੀ ਵੱਲੋਂ ਸਪੈਸ਼ਲ ਲੈਕਚਰਸ ਦੀ ਸੀਰੀਜ਼ ਸ਼ੁਰੂ ਹੋਈ ਹੈ ਔਰ ਅੱਜ ਤੀਸਰਾ ਲੈਕਚਰ ਪੰਜਾਬ ਯੂਨੀਵਰਸਿਟੀ ਦੇ ਬਹੁਤ ਵੱਡੇ ਵਿਦਵਾਨ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਰੌਣਕੀ ਰਾਮ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚਲੀ ਜੀਵਨ ਜਾਚ ਉੱਪਰ ਲੈਕਚਰ ਦਿੱਤਾ ਹੈ ਔਰ ਵੱਡੀ ਗਿਣਤੀ ਵਿੱਚ ਸਕਾਲਰਸ ਨੇ ਅਕੈਡਮੀਸ਼ੀਅਨਸ ਨੇ ਔਰ ਸਿੱਖ ਸੰਗਤਾਂ ਨੇ ਉਹਦੇ ਵਿੱਚ ਹਾਜ਼ਰੀ ਲਗਾਈ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਸੈਂਟਰ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਿਹਾ ਹੈ। ਬਹੁਤ ਕੁਝ ਹੋਣਾ ਬਾਕੀ ਹੈ। ਡਿਜੀਟਲ ਲਾਇਬ੍ਰੇਰੀ ਬਣਨੀ ਹੈ, ਆਡੀਟੋਰੀਅਮ ਬਣਨਾ ਹੈ, ਬਹੁਤ ਕੁਝ ਹੋਰ ਹੋਣਾ ਹੈ। ਪਰ ਇੱਕ ਲਹਿਰ ਦੇ ਰੂਪ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਲੋਕਾਂ ਤੱਕ ਪਹੁੰਚ ਸਕੇ, ਜਿਹੜੀ ਸਿੱਖ ਹਿਸਟਰੀ ਦੀ ਗੱਲ ਹੈ ਉਹ ਲੋਕਾਂ ਤੱਕ ਪਹੁੰਚ ਸਕੇ, ਉਹਦੇ ਵਾਸਤੇ ਬਹੁਤ ਸ਼ਲਾਘਾਯੋਗ ਉਦਮ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਵਿਦਵਾਨ ਸੱਜਣ ਇੱਥੇ ਆ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਨੇ। ਡਾਕਟਰ ਰੌਣਕੀ ਰਾਮ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਅਮੋਲਕ ਜੀਵਨ ਦੀ ਗੱਲ ਕਰਦੇ ਹੋਏ ਵਿਸਤਾਰ ਨਾਲ ਗੁਰਬਾਣੀ ਜੀਵਨ ਜਿਉਣ ਬਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਵੱਖ-ਵੱਖ ਸਿਧਾਂਤਕ ਖਜ਼ਾਨਿਆਂ ਦਾ ਵੇਰਵਾ ਦਿੱਤਾ। ਰੌਣਕੀ ਰਾਮ ਨੇ ਜੀਵਨ ਕੀ ਹੈ ਅਤੇ ਕਿਸ ਪ੍ਰਕਾਰ ਜੀਆ ਜਾਏ, ਇਹਨਾਂ ਸਵਾਲਾਂ ਦੇ ਜਵਾਬ ਗੁਰਬਾਣੀ ਰਾਹੀਂ ਦਿੱਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀਵਨ ਨੂੰ ਅੱਛੀ ਤਰ੍ਹਾਂ ਜੀਣ ਦੀ ਬਹੁਤ ਕੁਝ ਸਿੱਖਿਆ ਉਪਲਬਧ ਹੈ। ਸਾਨੂੰ ਉਹਦੇ ਤੋਂ ਬਾਣੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ 'ਚ ਬਦਲਾਅ, ਉਹਦੇ ਰਾਹੀਂ ਸਮਾਜ 'ਚ ਬਦਲਾਅ ਨਾਲ ਚੰਗਾ ਇਨਸਾਨ ਬਣ ਕੇ ਚੰਗਾ ਸਮਾਜ ਦੀ ਅਸੀਂ ਸਿਰਜਣਾ ਕਰ ਸਕਦੇ ਹਾਂ, ਜਿਹਦੇ ਨਾਲ ਅਸੀਂ ਖੁਦ ਵੀ ਅਤੇ ਪੂਰੇ ਸਮਾਜ ਨੂੰ ਇੱਕ ਸੁਖਮਈ ਬਣਾ ਸਕਦੇ ਹਾਂ। ਇਸ ਮੌਕੇ ਅਦਾਰੇ ਦੇ ਡਾਇਰੈਕਟਰ ਅਤੇ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਸਿੱਖ ਧਰਮ ਦੇ ਪ੍ਰੈਕਟੀਕਲ ਧਰਮ ਹੋਣ ਦਾ ਵੀ ਦਾਅਵਾ ਕੀਤਾ। ਇਹ ਇੰਟਰਨੈਸ਼ਨਲ ਸਿੱਖ ਸਟੱਡੀ ਸੈਂਟਰ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਇੱਥੇ ਬਣਿਆ, ਇਹ ਬੜੀ ਵੱਡੀ ਗੁਰਦੁਆਰਾ ਕਮੇਟੀ ਦੀ ਦੇਣ ਹੈ ਕਿ ਇੰਨੀ ਵੱਡੀ ਬਿਲਡਿੰਗ ਇਹਨਾਂ ਨੇ ਦਿੱਤੀ ਹੈ। ਉਹਦਾ ਇਹ ਮੰਥਲੀ ਪ੍ਰੋਗਰਾਮ ਸਾਡਾ ਜਿਹੜਾ ਕਿ ਹਰ ਮਹੀਨੇ ਸੈਚਰਡੇ ਪਹਿਲੇ 'ਤੇ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਵਿਦਵਾਨਾਂ ਨੂੰ ਬੁਲਾਉਂਦੇ ਹਾਂ। ਅੱਜ ਡਾਕਟਰ ਰੌਣਕੀ ਰਾਮ ਪੰਜਾਬ ਯੂਨੀਵਰਸਿਟੀ ਦੇ ਆਏ, तो ਇਹ ਇੱਕ ਐਸੀ ਸ਼ੁਰੂਆਤ ਹੈ ਜਿਹਦਾ ਮੈਂ ਸਮਝਦਾ ਕਿ ਦਿੱਲੀ 'ਚ ਸਟੱਡੀ ਸਰਕਲ ਬੜੇ ਘੱਟ ਲੱਗਦੇ ਆ। ਇੰਟੈਲੈਕਚੁਅਲਸ ਨੂੰ ਬੈਠ ਕੇ ਗੁਰਬਾਣੀ ਦਾ, ਸਿੱਖ ਹਿਸਟਰੀ ਦਾ, ਸਿੱਖ ਹੋਰ ਹੀਰੋਜ਼ ਦਾ ਅਸੀਂ ਪ੍ਰਚਾਰ ਕਰੀਏ। ਉਹਦੇ ਲਈ ਅੱਜ ਇਹ ਬੜਾ ਕਾਮਯਾਬ ਡਾਕਟਰ ਜਸਪਾਲ ਸਿੰਘ ਪਟਿਆਲਾ ਯੂਨੀਵਰਸਿਟੀ ਵਾਈਸ ਚਾਂਸਲਰ, ਉਹ ਵੀ ਹਰ ਫੰਕਸ਼ਨ 'ਚ ਆ ਕੇ ਬੜੀ ਆਪਣਾ ਜਿਹੜਾ ਉਹਨਾਂ ਦਾ ਨਾਲੇਜ ਹੈ ਉਹਦੇ ਨਾਲ ਲੋਕਾਂ ਨੂੰ ਦਿੰਦੇ ਨੇ, ਅਤੇ ਬੜਾ ਹੀ ਕਾਮਯਾਬ ਸਾਡਾ ਇਹ ਸਿਸਟਮ ਚੱਲਿਆ ਜਿਹਦੇ 'ਚ ਕਿ ਲੱਗਦਾ ਹੈ ਕਾਫੀ ਕਾਮਯਾਬੀ। ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਕੁਲਮੋਹਨ ਸਿੰਘ ਨੇ ਸਿੱਖ ਕੌਮ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਦੇਣ ਵਾਸਤੇ ਅਦਾਰੇ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦੇ ਹੋਏ ਸੰਗਤਾਂ ਕੋਲੋਂ ਮੌਜੂਦ ਇਤਿਹਾਸਿਕ ਦਸਤਾਵੇਜ਼ ਅਦਾਰੇ ਤੱਕ ਭੇਜਣ ਦੀ ਵੀ ਅਪੀਲ ਕੀਤੀ ਗਈ। ਜਿਉਂਦੇ ਜੀ ਕੁਝ ਅਜਿਹਾ ਕਰੋ ਕਿ ਮਰਨ ਤੋਂ ਬਾਅਦ ਦੁਨੀਆ ਯਾਦ ਰੱਖੇ, ਬੁਰੇ ਕਰਮਾਂ ਦੇ ਨਾਲ ਨਹੀਂ ਸਗੋਂ ਨੇਕ ਅਤੇ ਚੰਗੇ ਕਰਮਾਂ ਦੇ ਨਾਲ। ਜੀ ਹਾਂ, ਅਜਿਹੀ ਹੀ ਮਿਸਾਲ ਕਾਇਮ ਕਰ ਗਏ ਨੇ ਗੁਰਵਿੰਦਰ ਸਿੰਘ। ਦਰਅਸਲ ਮਰਨ ਤੋਂ ਬਾਅਦ ਕਈ ਪਰਿਵਾਰਾਂ ਨੂੰ ਜੀਵਨ ਦਾਨ ਦੇਣ ਵਾਲੇ ਗੁਰਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ DSGMC ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪੱਤਰਕਾਰ ਸੰਮੇਲਨ ਦੇ ਦੌਰਾਨ ਗੁਰਵਿੰਦਰ ਦੇ ਪਰਿਵਾਰ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਵਜੋਂ ਭੇਂਟ ਕੀਤੇ ਅਤੇ ਨਾਲ ਹੀ ਗੁਰਵਿੰਦਰ ਦੀ ਪਤਨੀ ਜੇ ਨੌਕਰੀ ਕਰਨਾ ਚਾਹੇ ਤਾਂ ਨੌਕਰੀ ਦੀ ਵੀ ਪੇਸ਼ਕਸ਼ ਦਿੱਲੀ ਕਮੇਟੀ ਦੇ ਵੱਲੋਂ ਕੀਤੀ ਗਈ। इतना बड़ा फैसला लेना स्पेशली इस बेटी के लिए, उनके पिता के लिए, सरदार साहब के उनके भाइयों और भाभियों के लिए, सारे परिवार के लिए, मैं समझता हूँ कि इससे ज़्यादा कठिन फैसला ज़िंदगी में नहीं किया जा सकता और जो इन्होंने लिया है। और मैं ये भी समझता हूँ कि जो गुरु नानक देव से लेके 10वें गुरु गोबिंद सिंह तक और गुरु ग्रंथ साहब में जो अपने से ऊपर उठ के लोगों को समर्पित होकर जो सेवा करने का संकल्प सिख धर्म में दिया है, इस परिवार ने इस खाली बात नहीं की है, उसको साबित करके बताया है। जो हम कर रहे हैं वो इनके फैसले के सामने कुछ भी नहीं है, लेकिन हम अपनी ड्यूटी समझते हैं, हम ड्यूटी बाउंड हैं कि जिस परिवार ने ऐसा फैसला लिया और इतने लोगों को जीवन दान दिया, उनको हम जितना भी कर सकें वो कम है। सो दिल्ली गुरुद्वारा कमेटी ने फैसला किया
कि हम उनकी जो सरदारनी साहबा हैं गुरविंदर जी की हरप्रीत कौर जी, उनको 5 लाख रुपए का चेक हम उनको दे रहे हैं। और अगर इसके अलावा भी बच्चों के लिए, उनके एजुकेशन के लिए ये राशि दी गई है, और अगर इसके अलावा भी कोई मदद की ज़रूरत पड़ी तो दिल्ली सिख गुरुद्वारा मैनेजमेंट कमेटी उसमें ਜ਼ਰੂਰ ਮਦਦ ਕਰੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਉਹਨਾਂ ਨੇ ਕਾਰਜ ਕੀਤਾ ਹੈ, ਸਰਦਾਰ ਗੁਰਵਿੰਦਰ ਸਿੰਘ ਦੀ ਘਾਟ ਤੇ ਪੂਰੀ ਨਹੀਂ ਹੋ ਸਕਦੀ, ਪਰ ਉਹਨਾਂ ਦੇ ਪਰਿਵਾਰ ਨੇ ਜੋ ਅੰਗ ਦਾਨ ਕਰਕੇ ਮਿਸਾਲ ਬਣਾਈ ਹੈ, ਉਹਦੇ ਵਿੱਚ ਸਿੱਖ ਕੌਮ ਦਾ ਬਹੁਤ ਹੀ ਕੱਦ ਉੱਚਾ ਹੋਇਆ ਹੈ। ਗੁਰਵਿੰਦਰ ਸਿੰਘ ਜੀ ਦੀ 2 ਬੱਚੀਆਂ ਹਨ, ਉਹਨਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 5 ਲੱਖ ਰੁਪਏ ਦਿੱਤਾ ਗਿਆ ਹੈ। ਗੁਰਵਿੰਦਰ ਦੀ ਭਾਬੀ ਬਲਜੀਤ ਕੌਰ ਨੇ ਦੱਸਿਆ ਕਿ ਗੁਰਵਿੰਦਰ ਨੂੰ ਅਚਾਨਕ ਚੱਕਰ ਆ ਜਾਣ ਕਰਕੇ ਤੇ ਤਬੀਅਤ ਜ਼ਿਆਦਾ ਵਿਗੜਨ ਕਰਕੇ ਹਸਪਤਾਲ ਦਾਖਲ ਕਰਾਇਆ ਗਿਆ। ਡਾਕਟਰ ਨੇ ਉਸ ਦੇ ਦਿਮਾਗ ਦੇ ਵਿੱਚ ਖੂਨ ਜਮ੍ਹਾਂ ਹੋਣ ਦੇ ਕਾਰਨ ਬਚਣ ਦੀ ਉਮੀਦ ਨਾ ਹੋਣ ਦੀ ਗੱਲ ਆਖੀ ਤੇ ਨਾਲ ਹੀ ਡਾਕਟਰ ਨੇ ਇਹ ਵੀ ਕਿਹਾ ਕਿ ਗੁਰਵਿੰਦਰ ਦੇ ਦਿਮਾਗ ਨੂੰ ਛੱਡ ਕੇ ਸਰੀਰ ਦੇ ਬਾਕੀ ਅੰਗ ਕੰਮ ਕਰ ਰਹੇ ਨੇ। ਤਾਂ ਗੁਰਵਿੰਦਰ ਦੇ ਪਰਿਵਾਰ ਅਤੇ ਉਸ ਦੀ ਪਤਨੀ ਨੇ ਵੀ ਇਹ ਸੋਚਿਆ ਕਿ ਕਿਉਂ ਨਾ ਉਸ ਦੇ ਅੰਗਾਂ ਨੂੰ ਦਾਨ ਕਰ ਦਿੱਤਾ ਜਾਏ, ਜਿਸ ਤੋਂ ਬਾਅਦ ਲਏ ਗਏ ਫੈਸਲੇ ਦੇ ਮੁਤਾबिक ਗੁਰਵਿੰਦਰ ਦੀ ਕਿਡਨੀ, ਦਿਲ ਅਤੇ ਅੱਖਾਂ ਨੂੰ ਜ਼ਰੂਰਤਮੰਦਾਂ ਨੂੰ ਦਾਨ कर दिया गया। वेंटिलेटर पर डालने के 24 घंटे बाद डॉक्टर्स ने बुलाया था, तब जीजा जी, मेरे हस्बैंड, हम लोग और ये छोटा वाला जो भाई बरिंदर, हम लोग वहाँ थे। डॉक्टर ने कहा कि ब्रेन डेड हो चुका है, आप इसे वेंटिलेटर पर जितनी देर रखा है बस ले जाइए, लेकिन आप एक भला काम कर सकते हैं। गुरविंदर के सारे जो ऑर्गन्स हैं वो बहुत अच्छे वर्किंग हैं इस समय, और आप एक भला काम कर सकते हैं इनको डोनेट करके। तो बहुत मुश्किल काम था कि अपना बच्चा, उसको हम अलविदा कहें और उसके अंग से किसी को जीवन दान दें, लेकिन जीजा जी जो बड़े हैं उन्होंने मेरे को और मेरे हस्बैंड को गले लगाया और बोले कि कर दीजिए। मेरे हस्बैंड ने फॉर्म उठाकर मेरी तरफ देखा तो मेरे मुंह से एक ही डायलॉग था कि दे दीजिए ना ऑर्गन, हम अग्नि को ही तो समर्पित करेंगे, बेटियों को दुआएं लगेंगी। पता लगता है कि गुरविंदर ने इतने लोगों को अंगदान, उसका जीवन मिल गया, तो मुझे लगता है कि वो सिर्फ फिजिकली वो चला गया, बट वो है हम सबके बीच। ऑफिस के लिए रेडी हो रहे थे, अचानक डॉक्टर उनको बोलते हैं कि ब्रेन डेथ हो चुकी है। मैंने यही सोच के डिसीजन लिया कि मेरे हस्बैंड नहीं रहे तो शायद किसी और के साथ ये ना हो, किसी और के हस्बैंड ठीक हो जाए, किसी और के बच्चों के पापा ना जाए। इसीलिए ये सोच के मैंने साइन करी कि शायद उनकी दुआओं से, उनके पापा नहीं, दुआओं में बहुत असर होता है, मेरी बेटियों को कुछ ना कुछ जरूर उनका आशीर्वाद मिलेगा। ਜਾਂਦਿਆਂ ਜਾਂਦਿਆਂ ਆਪਣੇ ਆਪ ਨੂੰ, ਆਪਣੇ ਪੂਰੇ ਪਰਿਵਾਰ ਨੂੰ, ਇਸ ਪੂਰੀ ਦੁਨੀਆ ਨੂੰ ਇੱਕ ਸੰਦੇਸ਼ ਜ਼ਰੂਰ ਦੇ ਗਿਆ ਕਿ ਮਾਨਵਤਾ ਦੇ ਸੁੱਖ ਵਾਸਤੇ ਸਿੱਖ ਹਮੇਸ਼ਾ ਤਿਆਰ ਹੈ। ਸਾਡੀ ਕਮਿਊਨਿਟੀ ਨੇ ਇੱਕ ਐਗਜ਼ਾਮਪਲ ਦਿੱਤਾ, ਔਰ ਇਹ ਵਾਲਾ ਐਗਜ਼ਾਮਪਲ ਜਿਹੜਾ ਇਹ ਬੜੇ ਵਿਰਲੇ ਲੱਖਾਂ ਦੀ ਗਿਣਤੀ ਦੇ ਵਿੱਚੋਂ ਕੋਈ ਇੱਕ ਵਿਰਲਾ ਨਿਕਲਦਾ, ਔਰ ਉਹ ਵਿਰਲਾ ਸਾਡਾ ਵੀਰ ਗੁਰਵਿੰਦਰ ਸਿੰਘ। ਸੋ ਇਹ ਸੀ ਸਾਡੀ ਖਾਸ ਪੇਸ਼ਕਸ਼ ਗੂੰਜਾਂ ਸਿੱਖ ਵਿਰਸੇ ਦੀਆਂ। ਇਸ ਪ੍ਰੋਗਰਾਮ ਸੰਬੰਧੀ ਕੋਈ ਵੀ ਰਾਏ, ਕੋਈ ਵੀ ਮਸ਼ਵਰਾ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ feedback@ptcnetwork.tv। ਅਗਲੇ ਹਫਤੇ ਫਿਰ ਤੋਂ ਖਾਸ ਪ੍ਰੋਗਰਾਮ ਗੂੰਜਾਂ ਸਿੱਖ ਵਿਰਸੇ ਦੇ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।